ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟਿਐ ਤੁਧ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੇ ਜੀਓ ਘਟ ਘਟ ਰਵ ਰਹਿਆ ਬਨਵਾਰੇ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੇ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਭੀ ਹੁਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਖਤ ਬਾਜੇ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਗਰ ਬਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਗਰ ਬਮਝਾਰੀ ਜੀਓ ਨਾਨਕ
ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੜੋ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਸੋਰਠ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 597 ਅਤੇ 598 ਦੇ ਉੱਤੇ ਸਬਾਇਮਾਨ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਹੁਕਮ ਰਾਹੀਂ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਸਮਝਾਇਆ ਹੈ ਕਿ ਉਹ ਰੱਬ ਪਰਮੇਸ਼ਰ ਜਿਨਨੇ ਸਭ ਨੂੰ ਪੈਦਾ ਕੀਤਾ ਹੈ ਔਰ ਸਭ ਨੂੰ ਪੈਦਾ ਕਰਕੇ ਸਭ ਦੇ ਵਿੱਚ ਹੀ ਬਿਰਾਜਮਾਨ ਹੈ, ਉਹ ਪਰਮੇਸ਼ਰ ਹੀ ਸਭ ਨੂੰ ਰਿਜ਼ਕ ਦਿੰਦਾ ਹੈ, ਉਹ ਹੀ ਸਭ ਦਾ ਦਾਤਾ ਹੈ। ਬਸ ਗੁਰੂ ਸਾਹਿਬ ਨੇ ਸਮਝਾਇਆ, ਗੁਰੂ ਕੀ ਸਿੱਖਿਆ, ਇਹ ਗੱਲ ਤੈਨੂੰ ਸਮਝ ਆ ਜਾਏ ਤੇ ਤੇਰਾ ਭਰੋਸਾ ਬਣ ਜਾਏ। ਪਹਿਲੀਆਂ ਪੰਕਤੀਆਂ ਵਿੱਚ ਪਾਵਨ ਬਚਨ ਕਹੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਕਿ ਹੈ ਰੱਬ ਜੀ, ਪਰਮੇਸ਼ਰ ਜੀ, ਤੂੰ ਦਾਤਾ ਹੈ, ਤੂੰ ਪ੍ਰਭ ਦਾਤਾ। ਅਗਲਾ ਸ਼ਬਦ ਹੈ ਦਾਨ ਮਤ ਪੂਰਾ। ਦਾਨ ਦੇ ਨੰਨੇ ਨੂੰ ਸਿਆਰੀ ਹੈ, ਜਿੰਦਾ ਅਖਰੀ ਅਰਥ ਦਾਨ ਵਿੱਚ, ਦਾਨ ਕਰਨ ਦੇ ਵਿੱਚ। ਮਤ ਦੇ ਤੱਤੇ ਨੂੰ ਸਿਆਰੀ ਹੈ, ਮਤ ਵਿੱਚ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹੇ ਰੱਬ ਜੀ, ਤੂੰ ਦਾਤਾ ਹੈ ਔਰ ਦਾਨ ਕਰਨ ਦੇ ਵਿੱਚ ਤੇਰੀ ਮਤ ਵੀ ਪੂਰੀ ਹੈ, ਕਿਉਂਕਿ ਮਤ ਤੋਂ ਬਿਨਾਂ, ਅਕਲ ਤੋਂ ਬਿਨਾਂ, ਸਿਆਣਪ ਤੋਂ ਬਿਨਾਂ ਦਾਨ ਕੀਤਾ ਵੀ ਨਹੀਂ ਜਾ ਸਕਦਾ। ਔਰ ਜੇ ਬਿਨਾਂ ਅਕਲ ਤੋਂ ਕੀਤਾ ਹੋਇਆ ਦਾਨ, ਇਹ ਕਹਿ ਲਈ ਕਿ ਫਿਰ ਕਿਸੇ ਲੇਖੇ ਪੈਂਦਾ ਵੀ ਨਹੀਂ, ਕਿਉਂਕਿ ਕਿੱਥੇ ਲੋੜ ਹੈ, ਕਿੱਥੇ ਦੇਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਜੇ ਪਾਵਨ ਬਚਨ ਰਹਿਤਨਾਮਿਆਂ ਦੇ ਸਾਨੂੰ ਕਿਤੇ ਥੋੜ੍ਹੇ ਬਹੁਤੇ ਚੇਤੇ ਆ ਜਾਣ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਤੇ ਫਿਰ ਹੋ ਸਕਦਾ ਸਾਡਾ ਕੀਤਾ ਹੋਇਆ ਦਾਨ ਵੀ ਕਿਤੇ ਲੇਖੇ ਲੱਗੇ। ਪਰ ਗੁਰੂ ਸਾਹਿਬ ਜੀ ਨੇ ਅੱਜ ਪਾਵਨ ਬਚਨ ਕਿ ਦੁਨੀਆ ਦੇ ਵਿੱਚ ਦਾਨ ਕਰਨ ਵਾਲੇ ਆਪਣੇ ਆਪ ਦੇ ਵਿੱਚ ਦਾਤੇ ਬੜੇ ਨੇ, ਕਿਉਂਕਿ ਸ਼ਬਦ ਅਸੀਂ ਵਰਤਦੇ ਨੇ ਦਾਨ ਕੀਤਾ, ਪਰ ਦਾਨ ਕਰਨ ਵਾਲਾ ਕੇਵਲ ਇੱਕੋ ਰੱਬ ਹੈ, ਪਰਮੇਸ਼ਰ ਹੈ। ਬਾਕੀ ਸਾਰੇ ਉਹਦੇ ਭਿਖਾਰੀ ਨੇ, ਜਿਹਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦਾਤਾ ਸਾਰਿਆਂ ਦਾ ਇੱਕੋ ਹੈ, ਰੱਬ ਪਰਮੇਸ਼ਰ। ਹਾਂ, ਭਿਖਾਰੀਆਂ ਦੀ ਵੰਨਗੀ 'ਚ ਫਰਕ ਹੋ ਸਕਦਾ ਹੈ,
किसी ने 1 रुपया मंगना, ठूठा अगे करना कि 1 रुपया पा दो। किसी ने 1000 लाख करोड़ ते अरबा खरबा मंगने ने, पर मंगते सारे ने। हुण सतगुरु जी ने इत्थे किरपा करके समझाया कि तू दाता केवल तू इक्को है। और देखो एडे एडे वड्डे साडे कोल इतिहास दे विच एडी एडी उदाहरणां ने कि जिथे गुरु साहिब जी बाणी दे विच समझाउंदे ने, तू दाता है तो बाकी सारा जगत भिखारी है। देखो महाराजा रणजीत सिंह, उन्हें जदों किते मुहिम ते जाना सी, चढ़ाई करनी सी, और सिख होने के नाते सब तो पहलों धन गुरु रामदास के चरणों में अरदास बेनती करन आया। और महाराजा रणजीत सिंह ने सुनिया सी भाई बुद्धू जी बारे कि वो नाम सिमरन वाले ने, गुरु के वजीर ने, वो ग्रंथी सिंह ने। देखो गुरु के वजीर शब्द खिमा करना सी वरत तो लेने हाँ, ना तो वो वजीरियां वाली साडे विच सियाणप है, ना साडे विच मत है, और ना ही जेड़े वजीर शब्द वरतते ने वो समझते ही ने। कहनों आपां कह देने कि वजीर, और जे गुरु का वजीर होवे तो फिर वजीरा वाला सब तो पहलों कि साडे विचों लछन होण, ते दूजी गल है कि वजीरा वाला फिर जे असीं कहने तो सत्कार भी दईए। खैर वो भाई बुद्धू जी बारे महाराजा रणजीत सिंह ने सुनिया से कि नाम सिमरन वाले ने, गुरु के वजीर ने, धन गुरु रामदास के चरणों में हरमंदर साहब आए और आके पहलों लभण के भाई बुद्धू जी कित्थे ने। महाराजा रणजीत सिंह शब्द वरता सी, भाई बुद्धू साहब जी कित्थे ने। और भांडे धोंदिया होया सेवा करदे होए भाई बुद्धू जी तो पूछ लिया कि भाई बुद्धू साहब जी कित्थे ने। और भाई बुद्धू जी ने कहंदे हाथ धोते, ते महाराजा रणजीत सिंह नूं कहंदा कि बुद्धू ते मैं हाँ। हाथ फड़िया महाराजा रणजीत सिंह दा, धन गुरु ग्रंथ साहिब के सामने लै गया, कहंदे भी साहब ये ने ते बुद्धू मैं हाँ, ते तू दस तेनों कम साहब नाल कि बुद्धू नाल है। क्योंकि शब्द वरत्या ना भाई बुद्धू साहब जी कित्थे ने, कि बुद्धू मैं है, साहब तो केवल धन गुरु ग्रंथ साहिब जी ने, धन गुरु रामदास जी ने। और महाराजा रणजीत सिंह कहता कि काम तो मैनूं दोवां नाल ही है कि भाई बुद्धू जी अरदास करो मेरी फतेह होवे, जित होवे। हुण भाई बुद्धू जी ने उत्थे अरदास की, समा पिया। खैर उस मुहिम दे विच महाराजा रणजीत सिंह की जित हुई, ते जित तो बाद फिर धन गुरु रामदास के चरणों में शुकराना करना आया। और भाई बुद्धू जी नूं फिर लभदा है कि अरदास तुसीं कीती सी भाई बुद्धू जी, अज तुसीं जो मंगोगे, क्योंकि मैं महाराजा हाँ, तुसीं एक बारी बस हुक्म कर दो, जो मंगोगे अज तुहानूं उही मैं देण लई तैयार हाँ। और उदों भाई बुद्धू ने फिर किया, हाथ फड़िया, धन गुरु ग्रंथ साहिब के सामने लै गया और ले जांदिया होए राह दे विच पुछदा है कि महाराजा ये दस कि तेरी अरदास किन्ने कीती सी। कहंदे भाई साहब अरदास तुसीं कीती सी तां ही तुहाडे कोल आया। हुण महाराज के सामने ले जाके भाई बुद्धू जी कहंदे ने महाराजा कि देख मैं भिखारियां तू नहीं मंगदा, कल तू मंगण आया से मेरे गुरु तो, ते जेड़े गुरु तो मैं तेरे वास्ते मंग सकना मैं अपने लिए नहीं मंग सकता। जिन्हां दा एडा वड्डा दाता होवे, एडा वड्डा गुरु होवे, ते फिर तेरे वर्गे भिखारी तो मंगे उन्होंने शर्म नाल मर नहीं जाना। और गुरु साहिब दे पावन बचन ने कि जे दूजे पासों मंगी है तो लाज मराइए। एडा वड्डा जिन्हां दा दाता होवे, मालक होवे, भी जेड़ा तेनू दे सकदा मेरे कहण ते वो मैनू ना देगा। तो महाराजा रणजीत सिंह के उत्ते नीवी पै गई सी। असल में गुरु के वजीर क्या भी इन्हों जाता है कि उन्होंने वजीरियां वाला हौसला भी होवे, विश्वास भी होवे, भरोसा भी होवे। हुण सतगुरु जी ने कृपा की, वो दाता है। भिखारी करले महाराजा रणजीत सिंह की गल नहीं, इत्थे दुनिया दे विच जो भी आया हर कोई भिखारी है और हर कोई मंगता है। मंग वखो वखरी है। सतगुरु जी ने पावन बचन किया, दद्दा दाता एक है सबको देवनहार,
दाता केवल इक्को ही है कि महाराजा रंजीत दूजा तीजा नहीं, बाकी भिखारी ने। और दाता भी एडा है, कहते दद्दा दाता एक है सबको देवनहार, दिंदा टूट न आवई अगणत भरे भंडार। दिंदे टूट भी नहीं होंगी, भंडारे भरे पे ने। देखो भंडारे दुनिया के लोग बड़े भरते ने, एक तो को वध अमीर किन्ने कुने लोग, पर भंडारे उन्होंने बार बार भरने पैंदे ने। छोटी जी उदाहरण समझे, घर का राशन ही लिया होवे और जिमीदार के पिंडां दे विच पहलों तो सी कि 6 महीने बाद फसल पकनी है, मंडी लैके जानी, 6 महीने का राशन, जिहड़ा सुक्का राशन खराब नहीं होने वाला 6 महीने का इकट्ठा लैके रख लो। किसी को गुंजाइश नहीं, कोई महीने का रख ले, किसी ने हफ्ते का लैके रख लिया, कोई रोज़ दिहाड़ी करने वाले रोज़ लियाउंदे ने कि दिहाड़ी मिल गई तो लै आंदा, नहीं मिली तो ना सी। ये भंडारे भरने पैंदे ने रोज़, हफ्ते बाद, महीने बाद, 6 महीने बाद। पर वो दाता एडा बेअंत है, उन्हें भंडारे भरे ने और इक्को वारी भरे ने, बार बार नहीं भरदा, क्योंकि उन्हें सिस्टम ऐसा बना दिता। गुरु साहब का पावन वचन है ना कि जो कुछ पाया सो एका वार। भावें असी बार बार मंगने, पर उनके खजाने इक्को वारी उन्हें इक्को वारी पा दिता है, बनतर ऐसी बना दी है। और फिर सतगुरु जी ने एक कृपा की, आसा की वार दे विच सतगुरु जी का पावन वचन पढ़ने उन्हें जीव पैदा किए। हुण ये शब्द आप वरतते लेने कि दद्दा दाता एक है सबको। सबको शब्द जो वरतने, सब दे विच केवल सिख नहीं, केवल हिंदू मुसलमान या केवल कह लिया कि कला मनुख ही नहीं, सबको दे विच उस 84 लाख सारे ही आ जाते हैं। वो दाता सारिਆਂ ਦਾ ਤੇ ਇੱਕੋ ਵਾਰੀ ਉਹਨੇ ਕਿਰਪा भी ਇੰਨੀ ਕੀਤੀ कि को दुनिया ਦੇ ਵਿੱਚ ਜੇ ਕੋਈ ਦਾਨ ਕਰਦਾ ਹੈ, ਆਪਣੇ ਆਪ ਦੇ ਵਿੱਚ ਸ਼ਬਦ ਵਰਤੇ ਜਾਂਦੇ ਨੇ कि मैं दान किया। और फिर बेनती करते, दान कोई कर नहीं सकता, अकल तो बिना किया भी नहीं जाता और दान कोई कर भी नहीं सकता। जिहड़ा गुरु का सिख है वो तो ये कहता कि दसवंध कढ़िया गुरु दियां दातां ने, गुरु दे दिते विचों हो जे कढ़ भी दिता है तो उनदे च मेरा है ही कुछ नहीं, असल में कीती हुई वो सेवा प्रवान है। पर जे बंदा दान करे भी, वो दसवंध भी कह के कढ़ लवे कि मैं दसवंध किता, तो किते ना किते वो लालच रखता जरूर है। हुण जिन्हें दसवंध कढ़े आप सोचांगे कि उन्होंने कहता लालच है जी, उन्हें तो कढ़ना ही कढ़ना है। मान लो दसवंध कढ़िया, गुआंढी नूं ना लोड़ है, गरीब है या धी दा किसी दा विआह है, उत्थे पैसा दे दिता तो दसवंध विचों, पर वो गुआंढी कल नूं किसी दे कोल खलो के कहे कि ये बंदा ही बड़ा गंदा है, रुपया पैसा दे दिता पर गंदा बड़ा है। तो जे उन्होंने अगले दिन फिर लोड़ लै पै जाए तो दरवाजे के विचों धक्के मार के बाहर कढ़ेगा, क्योंकि लालच है ना, जे मैं दिता तो घट्टो घट्ट उनके बदले च मैनूं कुछ ना दवे तो चंगा तो कवे। और बंदा जिहड़ा है दान करके फिर लालच इत्थों तक इन्ना ही नहीं कि चंगा कवे, फिर अपने गुरु तो वो गुरु कहता है, राम कहता है, कृष्ण कहता है, अल्लाह जो भी कहता अपने रब तो फिर मंगता है कि मैं दान किया घट्टो घट्ट के बदले मैनूं 1000 ते दे, 1 रुपया दान किया 1000 ते दे। और ये सतगुरु के पावन बचन ने। और आम कहा भी जाता है कि भाई सेवा करिया दान कित्या घाटा नहीं पैंदा, गुरु होर दिंदा है। किते ना किते तो लालच है ना। और सतगुरु जी कहते ने जे को एक करे चंगियाई मन चित बहुत फबावै। एक अद्धी चंगा काम करके किते कह दिता कि मैं सेवा की, उन्होंने दान कह दिता तो बड़ा फब फब के बंदा है। और फिर कहते उन्हें विच लालच भी है कि दे दे मांगै सहसा गुणा, शोभ करे संसार सहसा गुणा हजारा गुणा। दिता भी अपने गुरु रब तो फिर हजारा गुणा मंगता भी है, तो दूजा दुनिया के विच चाहुंदा है कि मेरी शोभा होवे, शोभ करे संसार। पर वो जिहड़ा दाता रब है, परमेश्वर है, वो ऐसा नहीं।
ਉਹ ਸਿਰਫ ਦਾਤਾ ਹੈ, ਉਹਨੂੰ ਲਾਲਚ ਕੋਈ ਨਹੀਂ। ਉਹਨੂੰ ਇਹ ਲਾਲਚ ਨਹੀਂ ਕਿ ਕੋਈ ਮੇਰੇ ਗੁਣ ਗਾਏਗਾ, ਮੈਨੂੰ ਚੰਗਾ ਕਹੇਗਾ ਤੇ ਮੈਂ ਤਾਂ ਹੀ ਦੇਣਾ ਹੈ। ਔਰ ਕਈ ਵਾਰੀ ਸਾਨੂੰ ਭੁਲੇਖਾ ਤਾਂ ਹੀ ਪੈਂਦਾ ਹੈ ਕਿ ਜਿਹਨੂੰ ਅਸੀਂ ਸਮਝਨੇ ਬੰਦਾ ਐਡਾ ਨਾਸਤਿਕ ਕਿ ਸਿੱਧੀਆਂ ਰੱਬ ਨੂੰ ਵੀ ਗਾਲਾਂ ਕੱਢਣ ਵਾਲਾ, ਰੱਬ ਨੇ ਦਿੱਤਾ ਫਿਰ ਬੜਾ ਕੁਛ ਹੈ। ਕਿਉਂਕਿ ਰੱਬ ਨੂੰ ਇਹਨਾਂ ਗੱਲਾਂ ਨਾਲ ਫਰਕ ਹੀ ਨਹੀਂ ਪੈਂਦਾ ਕਿ ਉਹਨੂੰ ਚੰਗਾ ਕਵੇ, ਉਹਨੂੰ ਕੋਈ ਮਾੜਾ ਕਵੇ, ਕੋਈ ਉਹਦੇ ਗੁਣ ਗਾਵੇ ਜਾਂ ਉਹਨੂੰ ਗਾਲਾਂ ਕੱਢੇ। ਉਹ ਸਿਰਫ ਦਾਤਾ ਹੈ। ਔਰ ਦਾਤਾ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਪਹਿਲੋਂ ਉਹ ਦਾਤਾ ਹੈ, ਬਾਅਦ ਵਿੱਚ ਪੈਦਾ ਕੀਤਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਸਾ ਕੀ ਵਾਰ ਦੇ ਵਿੱਚ ਆਪਾਂ ਪੜ੍ਹਨੇ ਕਿ ਕਰਤਾ ਦਾਤਾ ਕਰਤਾ ਆਪ ਤੂੰ, ਪਹਿਲੋਂ ਦਾਤਾ ਫਿਰ ਕਰਤਾ। ਹੁਣ ਦੇਖੋ ਪਹਿਲੋਂ ਦਾਤਾ ਕਿਵੇਂ ਹੈ, ਇਹ ਵਿਚਾਰ ਭਾਵੇਂ ਕਈ ਵਾਰੀ ਕੀਤੀ ਕਿ ਜਦੋਂ ਬੱਚੇ ਦਾ ਜਨਮ ਨਹੀਂ ਹੋਇਆ ਮਾਂ ਦੇ ਕੋਲ ਉਦੋਂ ਦੁੱਧ ਨਹੀਂ, ਪਰ ਜਨਮ ਹੋਣਾ, ਜਨਮ ਹੋਣ ਤੋਂ ਪਹਿਲੋਂ ਮਾਂ ਦੇ ਕੋਲ ਰੱਬ ਨੇ ਦੁੱਧ ਵੀ ਦੇ ਦਿੱਤਾ। ਪਹਿਲੋਂ ਦਾਤਾ ਹੈ ਨਾ, ਫਿਰ ਕਰਤਾ ਹੈ। ਔਰ ਕਰਤਾ ਵੀ ਐਸਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਨੂੰ ਲਾਲਚ ਕੋਈ ਨਹੀਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਵੀ ਆਪਾਂ ਪੜ੍ਹਦੇ ਹਾਂ ਕਿ ਉਹ ਜਿਹੜਾ ਦਇਆ ਦਾ ਦਾਤਾ ਹੈ, ਸਾਡੇ ਅੰਦਰ ਦੀਆਂ ਕਰਤੂਤਾਂ ਨੂੰ, ਸਾਡੇ ਮਾੜੇ ਚੰਗੇ ਸਾਰੇ ਕਰਮਾਂ ਨੂੰ ਵੇਖ ਵੀ ਰਿਹਾ ਹੈ। ਪਰ ਦਾਨ ਉਹ ਦਾਤਾ ਐਸਾ ਹੈ ਕਿ ਸਾਨੂੰ ਦਿੰਦਾ ਹੋਇਆ ਹਾਰਦਾ ਫਿਰ ਵੀ ਨਹੀਂ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ, ਵੇਖਦਾ ਵੀ ਫਿਰ ਵੀ ਨਹੀਂ ਥੱਕਦਾ। ਔਰ ਉਹਨੂੰ ਲਾਲਚ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ, ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਦਾ ਅਰਥ ਬਖਸ਼ਿਸ਼। ਐਡਾ ਵੱਡਾ ਦਾਤਾ, ਉਹਦੀਆਂ ਬਖਸ਼ਿਸ਼ਾਂ ਜੇ ਕੋਈ ਲਿਖਣ ਲੱਗੇ ਲਿਖ ਨਹੀਂ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ, ਸਭ ਤੋਂ ਵੱਡਾ ਦਾਤਾ ਹੈ ਤੇ ਇੱਕੋ ਹੀ ਹੈ। ਇਹ ਕੋਈ 2 3 ਜਾਂ 10 20 50 ਲੱਖਾਂ ਨਹੀਂ, ਇੱਕੋ ਹੀ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਜਿਨ੍ਹਾਂ ਵੀ ਲਾਲਚ ਨਹੀਂ ਕਿ ਗੁਣ ਗਾਏਗਾ ਤਾਂ ਹੀ ਦੇਣਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਦਾਤਾ ਵੀ ਐਸਾ ਹੈ, ਲੈਣ ਵਾਲੇ ਤੇ ਥੱਕ ਜਾਂਦੇ ਨੇ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਈ ਕੇ। ਲੈਣ ਵਾਲੇ ਕਿਵੇਂ ਥੱਕਦੇ ਨੇ ਜੀ? ਕਿਉਂਕਿ ਜੇ ਆਪਾਂ ਇਹ ਵਿਚਾਰਾਂਗੇ ਅਸੀਂ ਤਾਂ ਥੱਕੇ ਹੀ ਨਹੀਂ। 90 ਸਾਲ ਹੋ ਗਏ, ਸਾਡੀਆਂ ਮੰਗਾਂ ਥੋੜ੍ਹੀ ਮੁੱਕੀਆਂ ਕਿ ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਮਿਲ ਜੇ, ਪਰ ਇੱਕ ਦਿਨ ਥੱਕ ਜਾਂਦੇ ਨੇ ਜੀ। ਬੜਾ ਕੁਛ ਮੰਗਿਆ, ਦੰਦ ਹੀ ਥੱਕ ਕੇ ਮੂੰਹ ਦੇ ਵਿੱਚ ਦੰਦ ਹੀ ਨਹੀਂ ਰਹੇ। ਅੱਖਾਂ ਦੇ ਨਾਲ ਵੇਖਣ ਵਾਸਤੇ ਬੜਾ ਕੁਛ ਮੰਗਿਆ ਪਰ ਅੱਖਾਂ ਹੀ ਥੱਕ ਗਈਆਂ। ਇੱਥੋਂ ਤੱਕ ਇੱਕ ਦਿਨ ਸਰੀਰ ਹੀ ਹਾਰ ਗਿਆ, ਸਰੀਰ ਹੀ ਥੱਕ ਗਿਆ, ਸਰੀਰ ਖਤਮ ਹੋ ਗਿਆ, ਪਰ ਦੇਣ ਵਾਲੇ ਦਾਤੇ ਨੇ ਉਹ ਨਾ ਕਦੇ ਹਾਰਿਆ, ਨਾ ਕਦੇ ਅੱਕਿਆ ਤੇ ਨਾ ਥੱਕਿਆ। ਲੈਣ ਵਾਲੇ ਥੱਕਦੇ ਨੇ, ਪਰ ਉਹ ਜੁਗਾਂ ਤੋਂ ਦਿੰਦਾ ਆ ਰਿਹਾ ਤੇ ਦਿੰਦਾ ਰਹਿਣਾ, ਉਹਦਾ ਸੁਭਾਅ ਹੀ ਐਸਾ ਹੈ। ਔਰ ਸਤਿਗੁਰੂ ਦਾ ਇੱਕ ਪਾਵਨ ਬਚਨ ਹੋਰ ਜਿਹੜਾ ਸਾਂਝਾ ਕਰਨ ਲੱਗੇ ਕਿ ਉਹ ਦਾਤਾ ਸਾਰਿਆਂ ਦਾ ਹੈ, ਕੇਵਲ ਮਨੁੱਖ ਦਾ ਨਹੀਂ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਗੁਰੂ ਕੇ ਸਿੱਖਾ ਤੂੰ ਤਾਂ ਫਿਰ ਮਨੁੱਖ ਹੈ ਤੇ ਤੂੰ ਚਿੰਤਾ ਕਦੇ ਨਾ ਕਰੀ ਕਿ ਮੇਰਾ ਕੀ ਬਣੇਗਾ, ਕੋਈ ਬੱਚਿਆਂ ਦਾ ਕੀ ਬਣੇਗਾ, ਉਹਦੇ ਬੱਚਿਆਂ ਦਾ ਕੀ ਬਣੇਗਾ। ਉਹ ਤੇ ਐਸਾ ਦਾਤਾ 84 ਲੱਖ ਦਾ ਸਭ ਦਾ। ਜੇ ਚਿੰਤਾ ਕਰਨ ਦੀ ਗੱਲ ਕਰੀਏ ਤੇ ਚਿੰਤਾ ਆਪ ਹੀ ਕਰਦਾ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਿਹਨੇ ਤੈਨੂੰ ਪੈਦਾ ਕੀਤਾ, ਚਿੰਤਾ ਤੇਰੀ ਉਹਨੂੰ ਹੈ। ਉਹ ਦਾਤਾ ਪਹਿਲੋਂ ਹੈ, ਤੈਨੂੰ ਪੈਦਾ ਬਾਅਦ ਵਿੱਚ ਕੀਤਾ ਹੈ। ਔਰ ਫਿਰ ਸਭ ਕੋ ਕਿਵੇਂ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ ਕਹਿ, ਤਿਨਾ ਭੀ ਰੋਜੇ ਦੇ। ਉਹ ਤੇ ਐਡਾ ਦਾਤਾ ਹੈ ਕਿ ਪਾਣੀ ਦੇ ਵਿੱਚ ਜੀਵ ਪੈਦਾ ਕਰਕੇ ਉਹਨਾਂ ਨੂੰ ਵੀ ਰੋਜੀ ਦੇ ਰਿਹਾ ਹੈ। ਔਰ ਸਤਿਗੁਰੂ ਜੀ ਨੇ ਉੱਥੇ ਉਦਾਹਰਨ ਇੰਨੀ ਕਮਾਲ ਦੀ ਦਿੱਤੀ ਕਿ ਦੇਖੋ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਕੋਈ ਹਲ ਤੇ ਨਹੀਂ ਨਾ ਜਾ ਕੇ ਬੁੰਦਾ। ਉੱਥੇ ਜਾ ਕੇ ਕਿਸੇ ਝੋਨਾ ਤੇ ਨਹੀਂ ਨਾ ਲਾਇਆ ਕਿ ਇੱਥੇ ਮੱਛੀਆਂ ਨੇ ਖਾਣਾ ਹੈ, ਪਰ ਰੱਬ ਫਿਰ ਵੀ ਦਿੰਦਾ ਹੈ। ਕਹਿੰਦੇ ਉੱਠੈ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਨਾ ਹੀ ਹੱਟੀਆਂ ਖੋਲ ਕੇ ਕੋਈ ਬੈਠਾ ਹੈ, ਨਾ ਹੀ ਉੱਥੇ ਕੋਈ ਵਪਾਰੀ ਜਾਂਦਾ ਕਿ ਆ ਰਾਸ਼ਨ ਲੈ ਲਓ 6 ਮਹੀਨੇ ਦਾ ਇਕੱਠਾ ਕਰਕੇ ਰੱਖ ਲਓ। ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ,
सौदा मूल ना होवे ना को लय ना दे। इतों तक कहते कि विच उपाय सायरा, पानी की इकली गल नहीं, पत्थर दे विच भी जीव पैदा किते, तिन्ना पिसार करे वो उन्हों की भी खबर सर लेंदा है। इस करके सतगुरु जी फिर कहते ने, नानक चिंता मत करो, चिंता तिस ही है जिहड़ा सारियां दा दाता है, सारियां दा करता है। भाई सिखा घटो घट तू तो चिंता ना कर, तू तो गुरु का सिख है, तू फिर मनुख है। और सतगुरु जी कहते हैं वो दाता एडा वड्डा है कि दान करन दे विच मत भी पूरी है। तू प्रभ दाता दान मत पूरा, हम थारे पेखारे जियो। हुण जे भिखारी मंगण वास्ते आया तो फिर सुभाविक पूछा जाता है कि 10 पाई लेना की है, आटा दे दिए कि चौल ले लेंगा, कि रुपये नाल ही सरना है। हुण इत्थे सतगुरु जी कृपा करते हैं, भाई तू रब दे दर तो मंगण आया तो 10 मंगना की है। पर यह जाचक ये भिखारी हाथ जोड़ के कहता, सतगुरु जी तू एडा वड्डा दाता है, समझ नहीं लगती कि मंगा की, मैं क्या मांगू कि शिथेर ना रहाई। जे धी मंगा पुत्र मंगा, इन्हां किहड़ा सदा रहना है, जे ये रह जाएंगे तो मैं नहीं रहना। रुपया मंगा पैसा मंगा, इन्हें किहड़े नाल जाना है। मंगा तो वो कुछ जो कुछ नाल जाना। और देखो वड्डे दाते तो मंगना होवे ते जे मंगण वाले नूं समझ लग जाए कि दाता वड्डा है, फिर उनकी मंग भी वड्डी हुंदी है। उहदी फिर मंग भी इक्को ही है कि किरपा करो, हुण जे देना तो तुसी अपना नाम ही दे दो। जे हुण तुसी देण ते आए तो मेरे नाल ही चलो। पर असीं गुरु दे कोलों गुरु नूं कदे नहीं मंगिया। साडी मंग वो ही रह गई छोटी छोटी, आटा मिल जे, दाल मिल जे, चौल मिल जाण, नौकरी मिल जे, धी मिल जे, पुत्र मिल जे, घर गड्डी मिल जे। पर जेड़े दाते तो मंगना वड्डी मंग होवे भाई। सतगुरु कहते ने, मैं क्या मांगू कि स्थिर ना रहाई, हर दीजा नाम प्यारे जियो। जे देण ते आयो कृपा करो, फिर अपना नाम दे दिओ, क्योंकि एक नाम ही है ना जिन्हों धन गुरु अर्जन देव जी कहते हैं कि एक हर के नाम बिन अगे लईए कोई ना। कुछ अगे जाना है, जे कीते हुए पुण्य दान जे वो भी राह विच खोए जाने ने, तेरा नाम ही नाल जाना। तो कृपा करो, हुण मैं भिखारी बन के आया तो अपने नाम की दात दिओ। घट घट रव रहा बनवारे, मंगना कित्थों जाके है। धन गुरु नानक देव सच्चे पातशाह जी रहाऊ दी पंक्तियां समझाते हैं और शब्द का केंद्री भाव है। बनवारी का अर्थ बन का जिहड़ा माली है, बन का मालक है। वो परमेश्वर भाई किसी खास थां ते नहीं, सब दे अंदर है। घट घट रव रहा बनवारी, सब दे विच है। जे मंगना तो पहलू उन्होंने अंदरों खोज, अंदरों लभ। और खोजन का गुरु साहब ने सानू सिद्धांत दिता है, भावें असीं खोज वाले पासे चले नहीं। फिर कित्थे कित्थे है रब कहते, जल थल महियल गुप्तो वर्त है। वो जल विच भी है, थल विच ही है, वो आकाश विच भी है, पताल विच भी है, वो तेरे विच भी है, मेरे विच भी है। फिर नज़र क्यों नहीं आउंदा, कहते गुप्तो वर्त है सब थावां ते। जल थल महियल गुप्तो वर्त है, पर वरतदा गुप्त होके है। फिर सवाल यह है कि जिहड़ा वरतदा गुप्त होके है तो सतगुरु जी उनके दर्शन हो सकते हैं, उन्होंने वेख्या जा सकता है। तो धन गुरु नानक देव सच्चे पातशाह जी नाल ही अगली अद्धी पंक्ति समझाते हैं, बिल्कुल वेख्या जा सकता, पर किवें। जल थल महियल गुप्तो वर्तै, गुर शब्दे देख निहारी जियो। गुरु दे शब्द दे राही उन्होंने देख, उन्होंने केवल ज्ञान दे नाल वेख्या जा सकता है, ज्ञान वालियां अखां नाल वेख्या जा सकता है। तो जे बाहर दे अखां नाल वेखण दा यतन करेगा तो गुरु साहब जी कहते उनका तो रूप ही कोई नहीं, उनका रंग कोई नहीं, चक्कर कोई नहीं, चेन कोई नहीं, फिर किवें वेखेगा। और वो ज्ञान वालियां अखां नाल बस जदों नज़र आएगा तो वो हाजिर नाजर है, हर थां ते है। रहाओ मरत प्याल आकाश दिखायो, गुर सतगुर कृपा धारे जियो।
ਤੇ ਜਦੋਂ ਗੁਰੂ ਦੀ ਕਿਰਪਾ ਹੋ ਜੇ, ਉਹ ਗਿਆਨ ਮਿਲ ਜੇ। ਉਰੇ ਕਈ ਵਾਰੀ ਬੇਨਤੀ ਕੀਤੀ, ਗੁਰੂ ਦੀ ਕਿਰਪਾ ਹੈ ਹੀ ਗੁਰੂ ਦਾ ਗਿਆਨ, ਜਿਹਨੂੰ ਧੰਨ ਗੁਰੂ ਅਮਰਦਾਸ ਜੀ ਰੋਜ਼ ਕਹਿੰਦੇ ਨੇ, ਕਰ ਕਿਰਪਾ ਕਿਲ ਵੇਖ ਕੱਟੇ ਗਿਆਨ ਅੰਜਨ ਸਾਰਿਆ। ਬਸ ਇਹ ਗਿਆਨ ਹੀ ਗੁਰੂ ਦੀ ਕਿਰਪਾ ਹੈ, ਔਰ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮਰਤ ਪਿਆਲ ਆਕਾਸ਼ ਦਿਖਾਇਓ। ਹਰ ਥਾਂ ਤੇ ਉਹ ਦਿਖਾ ਦਿੱਤਾ ਕਿ ਰੱਬ ਹਰ ਥਾਂ ਤੇ ਹੈ। ਤੇ ਫਿਰ ਕਿਵੇਂ ਵੇਖਿਆ ਜੀ, ਕਿੰਨੇ ਵਿਖਾਇਆ? ਕਹਿੰਦੇ ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਔਰ ਕਿਰਪਾ ਗੁਰੂ ਦਾ ਗਿਆਨ ਹੀ ਹੈ ਨਾ। ਸੋ ਬ੍ਰਹਮ ਅਜੂਨੀ ਹੈ ਪੀ ਹੁਨੀ, ਘਟ ਪੀਤਰ ਦੇਖ ਮੁਰਾਰੀ ਜੀ। ਉਹ ਸਤਿਗੁਰੂ ਜੀ ਕਹਿੰਦੇ ਨੇ ਭਾਈ ਸੋ ਦਾ ਅਰਥ ਉਹ ਬ੍ਰਹਮ ਦਾ ਅਰਥ ਰੱਬ ਪਰਮੇਸ਼ਰ। ਕਹਿੰਦੇ ਉਹ ਰੱਬ ਜਿਹੜਾ ਪਰਮੇਸ਼ਰ ਅਜੂਨੀ ਹੈ, ਜੂਨਾਂ ਦੇ ਵਿੱਚ ਨਹੀਂ ਆਉਂਦਾ, ਪਰ ਹੈ ਉਹ ਹੁਣ ਵੀ ਹੈ। ਭੀ ਉਹ ਪਹਿਲੋਂ ਵੀ ਸੀ। ਹੋਣੇ ਦਾ ਅਰਥ ਹੈ ਕਿ ਉਹਨੇ ਅੱਗੇ ਵੀ ਸਦਾ ਰਹਿਣਾ ਹੈ, ਤੇ ਜਿਹੜਾ ਹਰ ਵੇਲੇ ਹੈ, ਹਰ ਥਾਂ ਤੇ ਹੈ। ਸਤਿਗੁਰੂ ਜੀ ਕਹਿੰਦੇ ਨੇ ਘਟ ਭੀਤਰ ਦੇਖ ਮੁਰਾਰੇ ਜੀਓ, ਕਿਤੇ ਬਾਹਰ ਨਹੀਂ, ਆਪਣੇ ਹਿਰਦੇ ਵਿੱਚ ਵੇਖ। ਔਰ ਇਸ ਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਹੈ, ਸਭ ਕੁਛ ਘਰ ਮੈਂ ਬਾਹਰ ਨਾ ਹੀ। ਜੇ ਬਾਹਰੋਂ ਲੱਭੇਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਬਾਹਰ ਢੋਲੇ ਸੋ ਭਰਮ ਭੁਲਾਹੀ। ਬਾਹਰੋਂ ਤੇ ਭਰਮ ਪਏਗਾ, ਭੁਲੇਖਾ ਪਏਗਾ, ਉਹ ਸਾਰਿਆਂ ਦੇ ਅੰਦਰ ਹੈ। ਜਨਮ ਮਰਨ ਕੋ ਇਹ ਜਗ ਬਪੜੋ, ਇਨ ਦੂਜਾ ਭਗਤ ਵਿਸਾਰੇ ਜੀਓ। ਬਪੜੋ ਦਾ ਅਰਥ ਵਿਚਾਰਾ। ਕਹਿੰਦੇ ਇਹ ਵਿਚਾਰਾ ਜਗ ਫਿਰ ਵੀ ਜਨਮ ਮਰਨ ਦੇ ਚੱਕਰਾਂ 'ਚ ਪਿਆ ਹੀ ਹੈ। ਗੁਰੂ ਸਾਹਿਬ ਤਰਸ ਵੀ ਕਰਦੇ ਨੇ, ਕਹਿੰਦੇ ਜਨਮ ਮਰਨ ਕੋ ਇਹ ਜਗ ਬਪੜੋ, ਵਿਚਾਰਾ ਜਗਤ ਸੰਸਾਰ ਦੇ ਲੋਕ ਜਨਮ ਮਰਨ ਦੇ ਚੱਕਰਾਂ 'ਚ ਫਿਰ ਵੀ ਪਏ ਨੇ। ਕਿਉਂ? ਕਹਿੰਦੇ ਇਨ ਦੂਜਾ ਭਗਤ ਵਿਸਾਰੇ ਜੀਓ, ਕਿਉਂਕਿ ਇਹਨਾਂ ਨੇ ਦੂਜੇ ਭੈ ਦੇ ਵਿੱਚ ਪੈ ਕੇ, ਦੂਜੇ ਭਉ ਦੇ ਵਿੱਚ ਪੈ ਕੇ ਭਗਤ ਦੇ ਤੱਤੇ ਨੂੰ ਸਿਹਾਰੀ, ਜਿੰਦਾ ਅਰਥ ਭਗਤੀ ਹੈ, ਕਿ ਉਸ ਰੱਬ ਪਰਮੇਸ਼ਰ ਦੀ ਭਗਤੀ ਨੂੰ ਭੁਲਾਈ ਦਿੱਤਾ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਾਖਤ ਬਾਜੀ ਹਾਰੇ ਜੀਓ। ਇਹ ਭਗਤੀ ਗੁਰੂ ਦੀ ਮੱਤ ਦੇ ਰਾਹੀਂ ਕੀਤੀ ਜਾ ਸਕਦੀ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਮਿਲੇ ਤਾਂ ਗੁਰਮਤਿ ਪਾਈ ਹੈ। ਭਾਈ ਗੁਰਮਤਿ ਤਾਂ ਆਏਗੀ, ਪ੍ਰਾਪਤ ਤਾਂ ਹੋਵੇਗੀ ਜੇ ਗੁਰੂ ਮਿਲ ਜੇ। ਹੁਣ ਗੁਰਮਤਿ ਪ੍ਰਾਪਤ ਇਸ ਤਰ੍ਹਾਂ ਨਹੀਂ ਕਿ ਪੰਜ ਕਕਾਰ ਪਾਲੇ ਪਹਿਰਾਵਾ ਉੱਤੋਂ ਦੀ ਪਾ ਲਿਆ ਤੇ ਕਹਿ ਦਿੱਤਾ ਸਾਡੇ ਕੋਲ ਸਾਰੀ ਗੁਰਮਤਿ ਆ ਗਈ। ਕਿਉਂਕਿ ਗੁਰਮਤਿ ਕੇਵਲ ਪਹਿਰਾਵਾ ਨਹੀਂ, ਕੇਵਲ ਵੇਸ਼ ਨਹੀਂ। ਗੁਰੂ ਦੀ ਮੱਤ ਆਏਗੀ ਤਾਂ ਜੇ ਤਨ ਮਨ ਸੌਂਪ, ਹੁਕਮ ਮੰਨਿਆ ਪਾਈਓ। ਹੁਕਮ ਮੰਨੇਗਾ, ਆਪਣਾ ਤਨ ਮਨ ਧਨ ਸਾਰਾ ਕੁਝ ਸੌਂਪ ਦੇਗਾ ਕਿ ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਪਰ ਇਹ ਮੈਂ ਤੇ ਮੇਰਾ, ਇਹ ਛੱਡਣਾ ਹੈ ਬੜਾ ਔਖਾ। ਸਤਿਗੁਰੂ ਮਿਲੇ ਤਾਂ ਗੁਰਮਤਿ ਪਾਈਏ, ਗੁਰੂ ਦੀ ਮੱਤ ਦੀ ਪ੍ਰਾਪਤੀ ਤਾਂ ਹੋਵੇਗੀ। ਨਹੀਂ ਤੇ ਕਹਿਣ ਲੱਗੇ ਸਾਖਤ ਬਾਜੀ ਹਾਰੇ ਜੀਓ। ਹੁਣ ਕਈ ਵਾਰੀ ਮਨਮਤ ਤੇ ਗੁਰਮਤ, ਮਨਮਤੀਆ ਤੇ ਗੁਰਮਤੀਆ ਸ਼ਬਦ ਆਮ ਵਰਤੇ ਜਾਂਦੇ ਨੇ। ਹੁਣ ਮਨਮਤੀਆ ਉਹਨੂੰ ਤੇ ਕਹਿ ਦਿੱਤਾ ਜਿਹਨੇ ਮੜੀਆਂ ਤੇ ਮੱਥਾ ਟੇਕਿਆ, ਜਿਹਨੇ ਖੰਡੇ ਬਾਟੇ ਦੀ ਪੌਲ ਨਹੀਂ ਲਈ। ਪਰ ਖੰਡੇ ਬਾਟੇ ਦੀ ਪੌਲ ਲੈ ਲਈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਗੁਰਮਤੀਆ ਹੋ ਗਿਆ, ਕਿਉਂਕਿ ਗੁਰੂ ਦੀ ਮੱਤ ਤੇ ਮਨ ਦੀ ਮੱਤ ਵਿੱਚ ਬੜਾ ਕੁਛ ਆਉਂਦਾ ਹੈ। ਦੇਖੋ ਸਤਿਗੁਰੂ ਜੀ ਕਿਰਪਾ ਜਿੱਤੇ ਕਰਦੇ ਨੇ, ਸਮਝਾਉਂਦੇ ਨੇ। ਹੁਣ ਗੁਰਮਤਿ ਹੈ ਕਿ ਭਈ ਕੰਨਾਂ ਦੇ ਨਾਲ ਤੂੰ ਮਾੜੇ ਬੋਲ, ਮਾੜੇ ਗੀਤ, ਮਾੜੇ ਉਹਨਾਂ ਨੂੰ ਗੀਤਾਂ ਨੂੰ ਗੰਦਨ ਵੈਣੀ ਕਿਹਾ ਗਿਆ ਹੈ, ਸੁਣਨੇ ਨਹੀਂ। ਸਾਰੇ ਪਰਿਵਾਰ ਨੇ ਅੰਮ੍ਰਿਤ ਵੀ ਛਕਿਆ ਹੈ, ਕੇਸਕੀਆਂ ਵੀ ਬੰਨੀਆਂ ਨੇ, ਪਰ ਵਿਆਹਾਂ ਦੇ ਵਿੱਚ ਫਿਰ ਵੀ ਜੇ ਉਹ ਕੁਛ ਹੋਣਾ ਹੈ ਤੇ ਗੁਰਮਤਿ ਤੇ ਹੈ ਨਹੀਂ ਪਈ। ਕਿਉਂਕਿ ਪਹਿਰਾਵਾ ਤੇ ਹੈ, ਪਹਿਰਾਵਾ ਪਾ ਕੇ ਕੇਵਲ ਗੁਰਮਤਿ ਨਹੀਂ। ਔਰ ਮਨ ਮਤ ਦੇ ਵਿੱਚ ਬੜਾ ਕੁਛ ਹੈ। ਖਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਜਿਹੜੇ ਮਨ ਦੇ ਪਿੱਛੇ ਪੈ ਗਏ ਉਹਨਾਂ ਨੂੰ ਸਾਖਤ ਸ਼ਬਦ ਵਰਤਿਆ ਕਿ ਸਾਖਤ ਬਾਜੀ ਹਾਰੀ ਜੀਓ। ਉਹ ਇਸ ਸੰਸਾਰ ਦੀ ਮਨੁੱਖਾ ਜੀਵਨ ਦੀ ਇਸ ਬਾਜੀ ਨੂੰ ਹਾਰ ਕੇ ਚਲੇ ਗਏ। ਅਖੀਰਲੇ ਪਦੇ 'ਚ ਗੁਰੂ ਸਾਹਿਬ ਜੀ ਫਿਰ ਕਿਰਪਾ ਕਰਦੇ ਨੇ। ਸਤਿਗੁਰ ਬੰਧਨ ਤੋੜ ਨਿਰਾਰੇ,
ਜਦੋਂ ਗੁਰੂ ਵਾਲੇ ਬਣ ਜਾਈਏ, ਗੁਰੂ ਮਿਲ ਜੇ ਤੇ ਸਤਿਗੁਰੂ ਜੀ ਫਿਰ ਬੰਧਨ ਤੋੜਦੇ ਨੇ, ਨਿਰਾਰੇ ਦਾ ਅਰਥ ਸਭ ਤੋਂ ਵੱਖਰੇ ਕਰ ਦਿੰਦੇ ਨੇ, ਜਿਹਨੂੰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ। ਉਹਨਾਂ ਦੇ ਚਾਲ ਫਿਰ ਗੁਰੂ ਨਾਲ ਰਲਦੀ ਹੈ, ਦੁਨੀਆ ਦੇ ਲੋਕਾਂ ਨਾਲ ਨਹੀਂ ਰਲਦੀ। ਨਿਰਾਲੇ ਦਾ ਅਰਥ ਹੈ ਕਿ ਦੁਨੀਆ ਤੋਂ ਬਿਲਕੁਲ ਵੱਖਰੇ ਨੇ, ਦੁਨੀਆ ਇੱਕ ਪਾਸੇ, ਫਿਰ ਉਹ ਭਗਤ ਇੱਕ ਪਾਸੇ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਹੁਣ ਜਿਹੜਾ ਸਤਿਗੁਰੂ ਵਾਲਾ ਬਣ ਗਿਆ, ਸਤਿਗੁਰੂ ਬੰਧਨ ਤੋੜ, ਨਿਰਾਰੇ ਬੰਧਨ ਤੋੜ ਕੇ ਸਭ ਤੋਂ ਵੱਖਰਾ ਕਰ ਦਿੱਤਾ। ਹੁਣ ਸਾਨੂੰ ਤਾਂ ਬੰਧਨਾਂ ਦੀ ਨਹੀਂ ਪਤਾ, ਸਾਨੂੰ ਲੱਗਦਾ ਕਿ ਉਹ ਬੰਧਨ ਜਿਹੜੇ ਨੇ ਮਰਨ ਤੋਂ ਬਾਅਦ ਕੋਈ ਦੂਜਾ ਅਰਦਾਸ ਕਰੇਗਾ ਤਾਂ ਟੁੱਟਣਗੇ, ਕਿਉਂਕਿ ਭੁਲੇਖਾ ਹੀ ਐਵੇਂ ਦਾ ਪੈ ਗਿਆ ਨਾ। ਇਹ ਬੰਧਨ ਦੇ ਜਿਉਂਦਿਆਂ ਦੀ ਅਰਦਾਸ ਆਪ ਕਰੀਏ ਕਿ ਸਤਿਗੁਰੂ ਜੀ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਬੰਧਨ ਨੇ ਤੇ ਇਹਨਾਂ ਤੋਂ ਛਡਾ ਤੂੰ ਹੀ ਸਕਣਾ ਹੈ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੇ ਜੀ। ਔਰ ਜਿਨ੍ਹਾਂ ਦੇ ਬੰਧਨ ਮੇਰਾ ਗੁਰੂ ਕੱਟ ਦੇ, ਫਿਰ ਸਤਿਗੁਰੂ ਜੀ ਇੱਥੇ ਗਰੰਟੀ ਵੀ ਦਿੰਦੇ ਨੇ ਵੀ ਉਹ ਦੁਬਾਰੇ ਗਰਭ ਜੋਨ ਦੇ ਵਿੱਚ ਆਉਂਦਾ ਨਹੀਂ, ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੇ ਜੀ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਤੇ ਫਿਰ ਭਾਈ ਉਸ ਗੱਲ 'ਤੇ ਦੋਹਰ ਲਾਈ ਹੈ ਕਿ ਇਹ ਜਿਹੜਾ ਗਿਆਨ ਹੈ ਇਹ ਵੀ ਕਿਤੋਂ ਬਾਹਰੋਂ ਨਹੀਂ ਮਿਲਣਾ, ਹੈ ਅੰਦਰ ਹੀ। ਪਰ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਗਿਆਨ ਰਤਨ ਪ੍ਰਗਾਸਿਆ, ਗੁਰੂ ਨੇ ਉਹਨੂੰ ਪ੍ਰਗਾਸ ਕਰ ਦਿੱਤਾ, ਅੰਦਰੋਂ ਪ੍ਰਗਟ ਕਰ ਦਿੱਤਾ। ਨਾਲ ਫਿਰ ਕਹਿੰਦੇ ਨੇ ਹਰ ਮਨ ਵਸਿਆ ਨਿਰੰਕਾਰੀ ਜੀ। ਉਹ ਹੈ ਤੇ ਮਨ ਦੇ ਅੰਦਰ ਹੀ ਸੀ, ਵਸਿਆ ਹੋਇਆ ਤੇ ਸਭ ਦੇ ਅੰਦਰ ਹੈ। ਪਰ ਇਹ ਜਿਹੜਾ ਇੱਕ ਮੈਂ ਵਾਲਾ ਉੱਤੇ ਪੜਦਾ ਪਿਆ ਹੈ ਨਾ, ਹੈ ਬੜਾ ਬਰੀਕ ਜਿਹਾ, ਬਸ ਇਹ ਪੜਦਾ ਹੀ ਸਾਨੂੰ ਨਜ਼ਰ ਆਉਣ ਨਹੀਂ ਦਿੰਦਾ, ਦਿਸਣ ਦਿੰਦਾ ਨਹੀਂ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਭਾਈ ਉਹ ਗਿਆਨ ਗੁਰੂ ਨੇ ਅੰਦਰੋਂ ਪ੍ਰਗਟ ਕਰ ਦਿੱਤਾ, ਹੈ ਅੰਦਰ ਹੀ, ਉਹ ਸਭ ਦੇ ਅੰਦਰ ਹੈ। ਔਰ ਸਤਿਗੁਰੂ ਜੀ ਕਿਰਪਾ ਕਰਨ, ਇਹ ਅੰਦਰ ਜਿਹੜਾ ਹੈ ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦੇ ਖੋਜ। ਔਰ ਇੱਕ ਦਿਨ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਰੋਜ਼ ਖੋਜ। ਸ਼ਾਮ ਨੂੰ ਸੌਣ ਲੱਗਿਆ ਰੋਜ਼ ਖੋਜ ਕਰਕੇ ਗੁਰੂ ਕੀ ਕਹਿੰਦੇ ਨੇ, ਅਸੀਂ ਕੀ ਕਰਨੇ ਹਾਂ, ਸਾਰੇ ਦਿਨ ਵਿੱਚ ਕੀ ਕੀਤਾ। ਗੁਰੂ ਦੇ ਕਿਸੇ ਵੀ ਹੁਕਮ ਨੂੰ ਕਮਾਉਣ ਦਾ ਯਤਨ ਵੀ ਕੀਤਾ ਕਿ ਨਹੀਂ, ਕਮਾਇਆ ਤੇ ਨਹੀਂ, ਪਰ ਇਹਨੇ ਕੋ ਖੋਜ ਕਰਕੇ ਅਸੀਂ ਯਤਨ ਵੀ ਕੀਤਾ ਕਿਤੇ ਕਿ ਨਹੀਂ। ਔਰ ਸਤਿਗੁਰੂ ਜੀ ਕਿਰਪਾ ਕਰਨ ਇਹ ਖੋਜ, ਔਰ ਇਸ ਖੋਜ ਵਾਲੇ ਪਾਸੇ ਜਿਹੜਾ ਚੱਲ ਜੇ ਫਿਰ ਗੁਰੂ ਕਿਰਪਾ ਕਰਦਾ ਉਹਨੂੰ ਇਹ ਗਿਆਨ, ਇਹ ਨਾਮ ਦਾ ਰਤਨ ਗੁਰੂ ਅੰਦਰੋਂ ਪ੍ਰਗਟ ਕਰਦਾ ਹੈ, ਸਭ ਦੇ ਅੰਦਰ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਮਾਂ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ